ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਲੇਖ ਬੁੱਕ ਦੀ ਸ਼ੁਰੂਆਤ ਦੇ ਵਿੱਚ ਜਦੋਂ ਅਸੀਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਦਰ ਜੋ ਸਰਲੇਖ ਆਉਂਦੇ ਨੇ ਉਹਨਾਂ ਦੀ ਵਿਚਾਰ ਦੀ ਚਰਚਾ ਆਰੰਭ ਕੀਤੀ ਹੈ। ਪਹਿਲਾਂ ਅਸੀਂ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਦੀ ਗੱਲ ਕੀਤੀ ਹੈ। ਹੁਣ ਨੈਕਸਟ ਸਟੈਪ ਜੋ ਆਉਂਦਾ ਹੈ, ਪਹਿਲਾ ਸਰਲੇਖ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਜੋ ਆਉਂਦਾ ਹੈ ਉਹ ਹੈ ਜਪ। ਜਪ ਤੋਂ ਭਾਵ ਹੈ ਸਿਮਰਨ, ਜਪ ਤੋਂ ਭਾਵ ਹੈ ਭਜਨ ਬੰਦਗੀ, ਆਰਾਧਨਾ, ਸਿਮਰਨ ਕਰਨਾ, ਧਿਆਉਣਾ। ਤੇ ਜਪ ਬਾਣੀ ਦਾ ਨਾਂ ਹੈ। ਜਦੋਂ ਤੁਸੀਂ ਵਿਚਾਰੋਗੇ, ਜਦੋਂ ਤੁਸੀਂ ਧਿਆਨ ਦੇ ਨਾਲ ਅਸੀਂ ਗੁਰਬਾਣੀ ਦੀਆਂ ਵਿਚਾਰਧਾਰਾਵਾਂ ਨੂੰ ਦੇਖਾਂਗੇ ਜਾਂ ਗੁਰਬਾਣੀ ਲਿਖਣ ਸ਼ੈਲੀ ਨੂੰ ਦੇਖਾਂਗੇ ਤੇ ਲਿਖਣ ਸ਼ੈਲੀ ਦੇ ਵਿੱਚ ਜੋ ਚੀਜ਼ ਆਉਂਦੀ ਹੈ ਉਸ ਤੋਂ ਭਾਵ ਹੈ ਕਿ ਜਿਵੇਂ ਗੁਰਪ੍ਰਸਾਦ ਦੇ ਅੱਗੇ ਦੋ ਡੰਡੀਆਂ, ਭਾਵ ਕਿ ਇੱਕ ਪਾਸਾ ਉਹਦਾ ਖਤਮ ਹੋ ਗਿਆ, ਉਹ ਇੱਕ ਪ੍ਰੋਪਰ ਰੂਪ ਹੈ। ਉਸ ਤੋਂ ਅਗਲਾ ਸਟੈਪ ਹੈ ਜਪ। ਜਪ ਦੇ ਦੋਨੋਂ ਪਾਸੇ ਆਰੰਭ ਦੇ ਵਿੱਚ ਵੀ ਦੋ ਡੰਡੀਆਂ ਆਉਂਦੀਆਂ ਨੇ ਤੇ ਜਪ ਦੇ ਬਾਅਦ ਦੇ ਵਿੱਚ ਵੀ ਦੋ ਡੰਡੀਆਂ ਆਉਂਦੀਆਂ ਨੇ। ਇੱਕ ਮੂਲ ਸਰੂਪ ਹੈ, ਉਹ ਹੈ ਸਰਲੇਖ। ਸਰਲੇਖ ਤੋਂ ਭਾਵ ਹੈ ਜਪ, ਜਪ ਤੋਂ ਭਾਵ ਹੈ ਸਿਮਰਨਾ, ਧਿਆਉਣਾ, ਆਰਾਧਨਾ। ਜਪ ਬਾਣੀ ਦਾ ਨਾਂ ਹੈ ਤੇ ਜਪ ਬਾਣੀ ਦੇ ਅੰਦਰ ਦੋ ਸ਼ਲੋਕ ਆਉਂਦੇ ਨੇ ਅਤੇ 38 ਪੌੜੀਆਂ ਆਉਂਦੀਆਂ ਨੇ। ਜਦੋਂ ਦੋ ਸ਼ਲੋਕਾਂ ਦੀ ਗੱਲ ਜਦੋਂ ਅਸੀਂ ਕਰਦੇ ਹਾਂ ਤੇ ਆਮ ਤੌਰ ਦੇ ਉੱਤੇ ਇਹ ਗੱਲ ਆਖੀ ਜਾਂਦੀ ਹੈ ਕਿ ਸ਼ਲੋਕ ਕਿੱਥੇ ਲਿਖਿਆ ਹੋਇਆ ਹੈ। ਜਦੋਂ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਦੇਖੋ ਆਮ ਤੌਰ ਦੇ ਉੱਤੇ ਜਦੋਂ ਇਹ ਆਮ ਤੌਰ 'ਤੇ ਲੋਕ ਗੱਲ ਕਹਿ ਦਿੰਦੇ ਆ ਕਿ ਸ਼ਲੋਕ ਲਿਖਿਆ ਨਹੀਂ, ਅਖੀਰਲੇ ਸ਼ਲੋਕ ਦੇ ਵਿੱਚ ਲਿਖਿਆ ਹੈ ਕਿ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਲੇਕਿਨ ਆਰੰਭ ਵੇਲੇ ਸ਼ਲੋਕ ਲਿਖਿਆ ਨਹੀਂ। ਇਸ ਦਾ ਮੂਲ ਸਰੂਪ ਦੇ ਵਿੱਚ ਜਦੋਂ ਅਸੀਂ ਹੋਰ ਪੜਚੋਲਣਾ ਕਰਦੇ ਹਾਂ ਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਦਰ ਸੁਖਮਨੀ ਸਾਹਿਬ ਜੀ ਦੀ ਬਾਣੀ ਆਉਂਦੀ ਹੈ ਤੇ ਬਾਣੀ ਦੇ ਅੰਦਰ ਵੀ ਜਾ ਕੇ ਜਦੋਂ 17ਵੀਂ ਪੌੜੀ ਦੀ ਗੱਲ ਆਉਂਦੀ ਹੈ ਤੇ ਉੱਥੇ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੇ ਸੱਚ, ਕਿ ਥੋੜ੍ਹਾ ਜਿਹਾ ਅੰਤਰ ਪਾਣਾ ਕੀਤਾ ਹੈ। ਭੀ ਦੀ ਥਾਂ ਭੇ ਸੱਚ ਲਿਖਣਾ ਕੀਤਾ ਹੈ ਤੇ ਉੱਥੇ ਭੇ ਸੱਚ ਤੋਂ ਵੀ ਭਾਵ ਹੈ ਕਿ ਇਹ ਸ਼ਲੋਕ ਜੇਕਰ ਸੁਖਮਨੀ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਦੇ ਅੰਦਰ ਆਉਂਦਾ ਹੈ ਤੇ ਜਪਜੀ ਸਾਹਿਬ ਜੀ ਦੀ ਬਾਣੀ ਦੇ ਅੰਦਰ ਵੀ ਇਹ ਸਰਲੇਖ ਆਉਂਦਾ ਹੈ ਤੇ ਇਸ ਸਰਲੇਖ ਦੇ ਬਾਰੇ ਵਿੱਚ ਸਤਿਗੁਰਾਂ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਪਾਵਨ ਪਵਿੱਤਰ ਬਚਨ ਆਖਣਾ ਕੀਤੇ ਨੇ। ਹੁਣ ਇਸ ਬਾਣੀ ਦੇ ਅੰਦਰ ਜਦੋਂ ਅਸੀਂ ਵਿਚਾਰਦੇ ਹਾਂ, ਇਸ ਦੀ ਚਰਚਾ ਕਰਦੇ ਹਾਂ ਤੇ ਸਿਮਰਨ ਵੱਲ ਹੀ ਸਾਰੀਆਂ ਗੱਲਾਂ ਕੀਤੀਆਂ ਗਈਆਂ ਨੇ, ਧਿਆਉਣ ਵਾਸਤੇ ਹੀ ਗੱਲ ਕੀਤੀਆਂ ਗਈਆਂ ਨੇ। ਤੇ ਜਦੋਂ ਧਿਆਉਣ ਦੀ ਗੱਲ ਕਰਦਿਆਂ ਹੋਇਆਂ ਸੱਚੇ ਪਾਤਸ਼ਾਹ ਨੇ ਸ਼ੁਰੂਆਤ ਦੇ ਤੌਰ ਦੇ ਉੱਤੇ ਜਦੋਂ ਗੱਲ ਕੀਤੀ ਹੈ ਕਿ ਕੌਣ ਕੌਣ ਮਾਲਕ ਪ੍ਰਭੂ ਪਰਮਾਤਮਾ ਕਿੱਦਾਂ ਕਿੱਦਾਂ ਤੈਨੂੰ ਧਿਆਉਂਦੇ ਪਏ ਨੇ, ਸਾਰਿਆਂ ਦੀ ਗੱਲ ਕਰਦਿਆਂ ਹੋਇਆਂ 4 ਪੌੜੀਆਂ ਸੁਣਿਆਂ ਦੀਆਂ ਆਉਂਦੀਆਂ ਨੇ ਕਿ ਸੁਣਨ ਦੇ ਨਾਲ ਪਰਮਾਤਮਾ ਨੂੰ ਜਿਨ੍ਹਾਂ ਨੇ ਜਪਿਆ ਆ। 4 ਪੌੜੀਆਂ ਮੰਨਣ ਦੀਆਂ ਆਉਂਦੀਆਂ ਨੇ ਜਿਨ੍ਹਾਂ ਨੂੰ ਪਰਮਾਤਮਾ ਨੇ ਮੰਨ ਕੇ ਧਿਆ ਕੇ ਮੰਨ ਲਿਆ। ਫਿਰ ਉਸ ਤੋਂ ਬਾਅਦ ਪ੍ਰਵਾਨ ਹੋਣ ਵਾਲਿਆਂ ਦੀ ਗੱਲ ਆਉਂਦੀ ਹੈ ਕਿ ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਨੂੰ ਧਿਆ ਲਿਆ, ਫਿਰ ਪ੍ਰਵਾਨ ਹੋ ਗਏ। ਪ੍ਰਵਾਨ ਹੋਣ ਤੋਂ ਬਾਅਦ ਫਿਰ ਅਸੰਖ ਜਪ ਅਸੰਖ ਭਾਉ ਦੀ ਗੱਲ ਆਉਂਦੀ ਹੈ। ਫਿਰ ਅਸੰਖ ਦੀ ਗੱਲ ਆਉਂਦੀ, ਕਿੰਨੇ ਕੁ ਮੂਰਖ ਨੇ ਇਸ ਧਰਤੀ ਦੇ ਉੱਤੇ। ਫਿਰ ਚੋਰ ਹਰਾਮਖੋਰ ਦੀ ਵੀ ਗੱਲ ਆਉਂਦੀ ਹੈ, ਅਸੰਖਾਂ ਦੀ ਗੱਲ ਆਉਂਦੀ ਹੈ। ਫਿਰ ਜਪ ਕੇ ਕਿਵੇਂ ਪਵਿੱਤਰ ਹੋਇਆ ਜਾਣਾ ਹੈ ਉਹਨਾਂ ਦੀ ਗੱਲ ਭਰੀ ਹੈ, ਹੱਥ ਪੈਰ ਧੋਂਦੇ ਪਾਣੀ ਧੋਤੇ ਉਤਰ ਸੁੱਖੇ। ਫਿਰ ਜੋਗੀਆਂ ਦੀ ਗੱਲ ਆਉਂਦੀ ਹੈ, ਜਪਣ ਵਾਲਿਆਂ ਦੀ ਗੱਲ ਆਉਂਦੀ ਹੈ। ਫਿਰ ਆਖਿਰ ਦੇ ਵਿੱਚ ਜਪਜੀ ਦੇ ਵਿੱਚ ਇੱਕ 5 ਖੰਡਾਂ ਦੀ ਗੱਲ ਆਉਂਦੀ ਹੈ। ਜਦੋਂ ਅਸੀਂ 5 ਖੰਡਾਂ ਦੀ ਗੱਲ ਕਰਦੇ ਹਾਂ ਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਦਰ ਜਪਜੀ ਸਾਹਿਬ ਜੀ ਦੀ ਬਾਣੀ ਦੇ ਅੰਦਰ 5 ਖੰਡਾਂ ਨੂੰ ਪੂਰੀ ਤਫਸੀਲ ਦੇ ਨਾਲ ਬਿਆਨ ਕੀਤਾ ਹੈ। ਜਪਜੀ ਦੇ ਅੰਦਰ 5 ਖੰਡਾਂ ਦੀ ਸ਼ੁਰੂਆਤ ਕੀਤੀ ਹੈ ਧਰਮ ਖੰਡ ਤੋਂ, ਗਿਆਨ ਖੰਡ, ਸ਼ਰਮ ਖੰਡ, ਕਰਮ ਖੰਡ ਤੇ ਸੱਚ ਖੰਡ। ਸਭ ਤੋਂ ਪਹਿਲਾਂ ਧਰਮ ਖੰਡ ਆਉਂਦਾ ਹੈ। ਧਰਮ ਖੰਡ ਦੇ ਵਿੱਚ ਜਦੋਂ ਜੀਵ ਗੁਰਮਤਿ ਦੇ ਦਾਇਰੇ ਦੇ ਵਿੱਚ ਆ ਜਾਂਦਾ ਹੈ, ਗੁਰੂ ਦੇ ਦਰ ਦੇ ਉੱਤੇ ਆਉਣਾ, ਗੁਰੂ ਦੀ ਸੋਝੀ ਦੇ ਦਰ ਦੇ ਉੱਤੇ ਪ੍ਰਾਪਤ ਕਰਨ ਵਾਸਤੇ ਜਦੋਂ ਅਕੀਦਾ ਕਰਦਾ ਹੈ, ਤੁਰਦਾ ਹੈ, ਧਰਮ ਦੇ ਕਰਮਾਂ ਦੇ ਵਿੱਚ ਸ਼ੁਰੂਆਤ ਹੁੰਦੀ ਹੈ।
ਜਦੋਂ ਗੁਰੂ ਦੇ ਦਰ ਦੇ ਉੱਤੇ ਆਉਂਦਾ ਹੈ, ਗੁਰੂ ਦੇ ਦਰ ਦੇ ਉੱਤੇ ਆਣ ਕੇ ਉਸ ਨੂੰ ਗਿਆਨ ਦੀ ਪ੍ਰਾਪਤੀ ਹੁੰਦੀ ਹੈ, ਕਥਾ ਕੀਰਤਨ ਸੁਣਦਾ ਹੈ, ਗੁਰਮਤਿ ਦੀ ਸੋਝੀ, ਗੁਰਬਾਣੀ ਪੜ੍ਹਦਿਆਂ ਗੁਰੂ ਦੀ ਬਖਸ਼ਿਸ਼ ਹੁੰਦੀ ਹੈ, ਤੇ ਫਿਰ ਪਰਮਾਤਮਾ ਦੀ ਰਹਿਮਤ ਦੇ ਸਦਕਾ ਜੀਵਨ ਦੇ ਵਿੱਚ ਗਿਆਨ ਆਉਂਦਾ ਹੈ। ਜਦੋਂ ਗਿਆਨ ਆਉਂਦਾ ਹੈ, ਗਿਆਨ ਆਉਣ ਦੇ ਨਾਲ ਕੀ ਹੁੰਦਾ ਹੈ, ਉਹਨੂੰ ਪਤਾ ਲੱਗ ਜਾਂਦਾ ਹੈ ਕਿਹੜੇ ਕੰਮ ਕਰਨੇ ਆ, ਕਿਹਨਾਂ ਕੰਮਾਂ ਤੋਂ ਪਰਹੇਜ਼ ਕਰਨਾ ਹੈ, ਕਿਹੜੇ ਕੰਮ ਕਰਨ ਦੇ ਨਾਲ ਪਰਮਾਤਮਾ ਦੇ ਦਰ ਦੇ ਉੱਤੇ, ਪਰਮਾਰਥ ਦੇ ਮਾਰਗ ਦੇ ਉੱਤੇ ਤੁਰਿਆ ਜਾ ਸਕਦਾ ਹੈ, ਧਰਮਖੰਡ ਦੇ ਮਾਰਗ ਦੇ ਉੱਤੇ ਤੁਰਿਆ ਜਾ ਸਕਦਾ, ਪਰਮਾਤਮਾ ਨੂੰ ਮਿਲਣ ਦੇ ਰਾਹ ਹੀ ਬਣ ਸਕੀਦਾ ਹੈ। ਜਦੋਂ ਉਸ ਗੱਲ ਦੀ ਸੋਝੀ ਆਉਂਦੀ ਹੈ, ਜਦੋਂ ਉਸ ਗੱਲ ਦੇ ਬਾਰੇ ਵਿੱਚ ਪਤਾ ਲੱਗਦਾ ਹੈ, ਤੇ ਧਰਮਖੰਡ ਦੇ ਤੋਂ ਗਿਆਨਖੰਡ ਦੀ ਜਦੋਂ ਪਤਾ ਲੱਗਦਾ, ਫਿਰ ਇਨਸਾਨ ਮਿਹਨਤ ਮੁਸ਼ੱਕਤ ਕਰਨੀ ਸ਼ੁਰੂ ਕਰਦਾ ਹੈ। ਫਿਰ ਤੀਸਰੇ ਖੰਡ ਸ਼ਰਮਖੰਡ 'ਚ ਆਉਂਦਾ ਹੈ। ਜਦੋਂ ਸ਼ਰਮਖੰਡ 'ਚ ਆਉਂਦਾ ਹੈ, ਮਿਹਨਤ ਮੁਸ਼ੱਕਤ ਕਰਨੀ ਸ਼ੁਰੂ ਕਰ ਦਿੰਦਾ ਹੈ, ਘਾਲ ਕਮਾਈ ਕਰਨੀ ਸ਼ੁਰੂ ਕਰ ਦਿੰਦਾ ਹੈ, ਸੇਵਾ ਸਿਮਰਨ ਕਰਨਾ ਸ਼ੁਰੂ ਕਰ ਦਿੰਦਾ ਹੈ, ਭਜਨ ਬੰਦਗੀ ਕਰਨੀ ਸ਼ੁਰੂ ਕਰ ਦਿੰਦਾ ਹੈ, ਤੇ ਭਜਨ ਬੰਦਗੀ ਕਰਦਿਆਂ ਪਰਮਾਰਥ ਦੇ ਮਾਰਗ ਦੇ ਉੱਤੇ ਤੁਰਦਾ ਹੈ। ਫਿਰ ਸੇਵਾ ਕਰਦਿਆਂ ਇੱਕ ਦਿਨ ਐਸੀ ਅਵਸਥਾ ਬਣਦੀ ਹੈ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾਹ ਬੈਸਣ ਪਾਈ ਹੈ। ਜੋ ਅਵਸਥਾ ਭਾਈ ਲਹਿਣਾ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਦਰ ਦੇ ਉੱਤੋਂ ਪ੍ਰਾਪਤ ਕੀਤੀ। ਸੇਵਾ ਕਰਦਿਆਂ ਸਿਮਰਨ ਕਰਦਿਆਂ ਆਪ ਗਵਾਈਆ ਤਾਂ ਸ਼ੋਹ ਪਾਈ ਅਵਰ ਕੈਸੀ ਚਤੁਰਾਈ, ਆਪਣਾ ਆਪ ਨਿਸ਼ਾਵਰ ਕਰ ਦਿੰਦੇ ਨੇ ਪਰਮਾਤਮਾ ਦੇ ਮਾਰਗ ਦੇ ਉੱਤੇ ਤੁਰਦਿਆਂ। ਜਦੋਂ ਮਿਹਨਤ ਕੀਤੀ, ਮੁਸ਼ੱਕਤ ਕੀਤੀ, ਘਾਲ ਕਮਾਈ ਕੀਤੀ, ਤੇ ਫਿਰ ਚੌਥੀ ਅਵਸਥਾ ਬਣਦੀ ਹੈ ਜਿਸ ਨੂੰ ਅਸੀਂ ਗੁਰਮਤਿ ਦੇ ਅਨੁਸਾਰ ਕਰਮਖੰਡ ਆਖਦੇ ਹਾਂ। ਕਰਮ ਤੋਂ ਭਾਵ ਹੈ ਰਹਿਮਤ, ਬਖਸ਼ਿਸ਼, ਨਦਰ, ਕਿਰਪਾ। ਜਿਸ ਸਮੇਂ ਸਾਡੇ ਜੀਵਨ ਦੇ ਉੱਤੇ ਕਿਰਪਾ ਹੁੰਦੀ ਹੈ, ਰਹਿਮਤ ਹੁੰਦੀ ਹੈ, ਜਦੋਂ ਕਿਰਪਾ ਹੋਈ, ਰਹਿਮਤ ਹੋਈ, ਨਦਰ ਹੋਈ, ਸੇਵਾ ਕਰਦਿਆਂ ਇੱਕ ਦਿਨ ਐਸਾ ਸੁਭਾਗਾ ਦਿਨ ਪ੍ਰਾਪਤ ਹੋਇਆ, ਜਿਵੇਂ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੂੰ 12 ਸਾਲ ਸੇਵਾ ਕਰਨ ਤੋਂ ਬਾਅਦ ਉਹ ਸੁਭਾਗਾ ਦਿਨ ਪ੍ਰਾਪਤ ਹੋਇਆ, ਤੇ ਫਿਰ ਗੁਰਿਆਈ ਦੀ ਜੀਵਨ ਦੇ ਵਿੱਚ ਬਖਸ਼ਿਸ਼ ਹੋ ਗਈ। ਤੇ ਜਦੋਂ ਗੁਰਿਆਈ ਦੀ ਬਖਸ਼ਿਸ਼ ਹੋਈ, ਫਿਰ ਚਵਰ ਛਤਰ ਤਖਤ ਦੇ ਮਾਲਕ ਬਣ ਗਏ। ਜਿਵੇਂ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਭਾਈ ਜੇਠੇ ਦੇ ਰੂਪ ਦੇ ਵਿੱਚ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਦਰ ਦੇ ਉੱਤੇ ਆਏ, ਲੇਕਿਨ ਸੇਵਾ ਸਿਮਰਨ ਕਰਦਿਆਂ ਭਜਨ ਬੰਦਗੀ ਕਰਦਿਆਂ ਇੱਕ ਦਿਨ ਐਸਾ ਸਬੱਬ ਆਇਆ ਕਿ ਜਿਸ ਨੂੰ ਅਨਾਥ ਕਿਹਾ ਜਾਂਦਾ ਸੀ, ਜਿਸ ਦੇ 7 ਸਾਲ ਦੀ ਉਮਰ ਦੇ ਵਿੱਚ ਮਾਤਾ ਪਿਤਾ ਚੜ੍ਹਾਈ ਕਰ ਗਏ, ਉਹ ਅੱਜ ਚਵਰ ਛਤਰ ਤਖਤ ਦਾ ਮਾਲਕ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਬਣੇ। ਫਿਰ ਉਹ ਸੱਚਖੰਡ ਦੀ ਅਵਸਥਾ ਦੇ ਵਿੱਚ ਪਹੁੰਚ ਗਏ। ਜਦੋਂ ਸੱਚਖੰਡ ਦੀ ਅਵਸਥਾ ਪਹੁੰਚੇ, ਫਿਰ ਪਰਮਾਤਮਾ ਦੇ ਵਿੱਚ ਅਭੇਦ ਹੋ ਗਏ, ਤੇ ਜਦੋਂ ਪਰਮਾਤਮਾ 'ਚ ਅਭੇਦ ਹੋ ਗਏ ਤੇ ਉਸ ਦੇ ਨਾਲ ਲਵਲੀਨ ਹੋ ਗਏ। ਫਿਰ ਤੂੰ ਕਰਤਾ ਤੂੰ ਹੁਆ, ਮੁਝ ਮੇ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ, ਜਤ ਪੇਖੂੰ ਤਤ ਤੂੰ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਦਰ ਜਪਣ ਤੋਂ ਧਿਆਉਂਦਿਆਂ ਕਿਵੇਂ ਸੱਚਖੰਡ ਤੱਕ ਪਹੁੰਚਿਆ ਜਾਣਾ, ਸਾਹਿਬਾਂ ਨੇ ਇਹ ਸਾਰੀ ਗੱਲ ਜਪ ਬਾਣੀ ਦੇ ਅੰਦਰ ਦੱਸ ਦੇਣਾ ਕੀਤੀ। ਜੇਕਰ ਅਸੀਂ ਇਸੇ ਤਰੀਕੇ ਦੇ ਨਾਲ ਗੁਰਬਾਣੀ ਨੂੰ ਜਪਾਂਗੇ, ਜਪ ਨੂੰ ਧਿਆਵਾਂਗੇ, ਜਪ ਦੀ ਬਾਣੀ ਅਸੀਂ ਉਸ ਨੂੰ ਜਪਜੀ ਸਾਹਿਬ ਕਰਕੇ ਸਤਿਕਾਰਤ ਵਜੋਂ ਅਸੀਂ ਸ਼ਬਦ ਵਰਤਦੇ ਹਾਂ, ਜਪ ਨਿਸ਼ਾਨ ਕਰਕੇ ਵੀ ਸ਼ਬਦ ਵਿਦਵਾਨਾਂ ਨੇ ਵਰਤਦੇ ਹਾਂ। ਜਪਦਿਆਂ ਪਰਮਾਤਮਾ ਦੇ ਤਾਈਂ ਪਹੁੰਚਿਆ ਜਾ ਸਕਣਾ ਹੈ। ਸੋ ਅਸੀਂ ਉਸ ਪਰਮਾਤਮਾ ਦੇ ਨਾਲ ਇਸ ਜਪ ਸਰਲੇਖ ਨੂੰ ਅਸੀਂ ਜਪ ਨਿਸ਼ਾਨ ਤੱਕ ਪਹੁੰਚਣਾ ਹੈ। ਪਰਮਾਤਮਾ ਦੇ ਤਾਈਂ ਪਹੁੰਚਣ ਦੇ ਵਾਸਤੇ ਇੱਕ ਕਦਮ ਪੁੱਟਣਾ ਹੈ। ਇਹ ਜੋ ਵਿਚਾਰ ਨੇ ਇਹ ਜਪ ਬਾਣੀ ਦੇ ਬਾਰੇ ਵਿੱਚ ਸਾਹਿਬਾਂ ਨੇ ਸਾਨੂੰ ਤੁੱਛ ਜੀ ਬੁੱਧੀ ਦੇ ਨਾਲ ਜੋ ਦਿੱਤੇ ਨੇ, ਉਹ ਆਪ ਜੀ ਨਾਲ ਸਾਂਝੇ ਕੀਤੇ ਨੇ। ਸੋ ਇਸ ਲੜੀ ਨੂੰ ਅੱਗੇ ਤੋਰਾਂਗੇ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਦਰ ਕਿ ਜਿੰਨੇ ਵੀ ਸਰਲੇਖ ਆਏ ਨੇ, ਜੋ ਕਿ ਆਪ ਜੀ ਦੇ ਨਾਲ ਹੌਲੀ ਜੋ ਪੁਸਤਕ ਦੇ ਰੂਪ ਦੇ ਵਿੱਚ ਦਾਸ ਨੇ ਦੇਣਾ ਕੀਤੀ ਸੀ, ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਏ ਹੋਏ ਸੁਰਲੇਖਾਂ ਬਾਰੇ ਜਾਣਕਾਰੀ, ਉਹਦੇ ਬਾਰੇ ਵਿੱਚ ਅਸੀਂ ਇੱਕ ਸੁਰਲੇਖ ਦੇ ਬਾਰੇ ਆਪ ਜੀ ਨਾਲ ਸਾਂਝ ਪਾਵਾਂਗੇ। ਸੋ ਜੁੜਨ ਦੇ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਕਿਰਪਾ ਕਰਕੇ ਜੇਕਰ ਅਜੇ ਤੱਕ ਚੈਨਲ ਦੇ ਨਾਲ ਨਹੀਂ ਜੁੜੇ ਤੇ ਵੱਧ ਤੋਂ ਵੱਧ ਜੁੜੋ, ਤੇ ਜ਼ਰੂਰ ਦੂਜਿਆਂ ਨੂੰ ਵੀ ਜੋੜਨ ਦੀ ਕੋਸ਼ਿਸ਼ ਕਰੋ। ਵੱਧ ਤੋਂ ਵੱਧ ਵੀਡੀਓ ਜੇ ਚੰਗੀ ਲੱਗੇ ਤੇ ਸ਼ੇਅਰ ਜ਼ਰੂਰ ਕਰਨਾ, ਧੰਨਵਾਦੀ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।